पोस्टमार्टम रिपोर्ट ਦੇ ਵਿੱਚ ਐਕਸੀਡੈਂਟ ਕੇਸ ਹੀ ਦਿਖਾਇਆ ਗਿਆ ਹੈ। ਗੋਲੀ ਦਾ ਨਿਸ਼ਾਨ ਨਹੀਂ ਦਿਖਾਇਆ ਗਿਆ, ਗੋਲੀ ਵੱਜਣ ਦੀ ਗੱਲ ਨਹੀਂ ਕੀਤੀ ਗਈ। ਉਹ ਇਸ ਕਰਕੇ ਨਹੀਂ ਕੀਤੀ ਗਈ ਕਿਉਂਕਿ ਮੋਨੂ ਮਿਸ਼ਰਾ ਨੇ ਗੋਲੀ ਮਾਰੀ ਸੀ। ਤੁਸੀਂ ਡੈਡ ਬੋਡੀ ਦੇ ਦੇਖ ਸਕਦੇ ਹੋ, ਕੰਨ ਦੇ ਲਾਗੋਂ ਗੋਲੀ ਦਾ ਨਿਸ਼ਾਨ ਹੈ, ਪਿੱਛੇ ਤੱਕ ਜਾਂਦਾ ਪਿਆ ਆ। ਇੱਥੇ ਯੂਪੀ ਗਵਰਨਮੈਂਟ ਦੇ ਵਿੱਚ ਜਾਂ ਯੂਪੀ ਸਿਵਲ ਹਸਪੀਟਲ ਤੇ ਵਿਸ਼ਵਾਸ ਨਹੀਂ ਹੈਗਾ ਕਿ ਉਹ ਪੋਸਟਮਾਰਟਮ ਬੋਡੀ ਦਾ ਕਿਸ ਤਰੀਕੇ ਦੇ ਨਾਲ ਗਲਤ ਵੀ ਦਿਖਾ ਸਕਦੇ ਨੇ। ਵੀ ਇਹ ਸੋਚਦੇ ਸੀਗੇ ਕਿ ਚਲੋ ਵੀ ਆਪਾਂ ਜਿਸ ਤਰੀਕੇ ਨਾਲ ਬਾਕੀ ਕਤਲ ਕਰਦੇ ਆ ਇਹਨੇ ਯੂਪੀ ਦੇ ਵਿੱਚ ਤੇ ਆਪਾਂ ਦਬਾ ਕੇ ਕੇਸ ਖਤਮ ਕਰ ਦਿੰਨੇ ਆ। ਇਹ ਸਾਡੇ ਸਿੱਖ ਪਰਿਵਾਰ ਦਾ ਬੱਚਾ ਸੀਗਾ, ਸਾਡਾ ਪੰਜਾਬ ਪਿੱਛੇ ਖੜਾ ਹੈ, ਸਾਡਾ ਹਰਿਆਣਾ ਖੜਾ ਹੈ ਔਰ ਇਹਦਾ ਇਨਸਾਫ ਅਸੀਂ ਇੱਥੋਂ ਲੈ ਕੇ ਜਾਵਾਂਗੇ। ਇਨਸਾਫ ਹੋਣਾ ਚਾਹੀਦਾ ਹੈ। ਡੈਡ ਬੋਡੀ ਇੱਥੇ ਪਈ ਆ, ਉਹਦੀ ਫਿਰ ਤੋਂ ਪੋਸਟਮਾਰਟਮ ਰਿਪੋਰਟ, ਫਿਰ ਤੋਂ ਉਹਦਾ ਪੋਸਟਮਾਰਟਮ ਕੀਤਾ ਜਾਊਗਾ। ਜਦੋਂ ਤੱਕ ਇਨਸਾਫ ਨਹੀਂ ਹੁੰਦਾ ਅਸੀਂ ਵੀ ਇੱਥੇ ਬੈਠੇ ਹਾਂ, ਅਸੀਂ ਵੀ ਨਹੀਂ ਇੱਥੋਂ ਉੱਠਾਂਗੇ। ਸੰਘਰਸ਼ 'ਚ ਹੁਣ ਤੱਕ ਬਹੁਤ ਸ਼ਹਾਦਤਾਂ ਹੋਈਆਂ, ਪਰ ਜੋ ਲਖੀਮਪੁਰ 'ਚ ਹੋਇਆ, ਸ਼ਾਇਦ ਜੇ ਆਜ਼ਾਦੀ ਦੀ ਲੜਾਈ 'ਚ ਜਲਿਆਂਵਾਲਾ ਬਾਗ ਸੀ ਤਾਂ ਇਸ ਸੰਘਰਸ਼ 'ਚ ਇਹ ਹੋਇਆ। ਇਸ ਤਰ੍ਹਾਂ ਦਾ ਇਨਸੀਡੈਂਟ ਹੈ ਇਹ। ਰੋਸ ਤੇ ਗੁੱਸਾ ਇੱਕ ਥਾਂ ਹੈ, ਪਰ ਇਨਸਾਫ ਹੋਣਾ ਚਾਹੀਦਾ। ਲੋਕਤੰਤਰ ਦੀ ਗੱਲ ਕਰਦੇ ਹਾਂ। ਗੁਰਿੰਦਰ ਸਿੰਘ 19 ਸਾਲ ਦਾ ਉਹ ਸ਼ਹੀਦ ਹੋਇਆ ਜੋ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਇੱਕ ਨੇਕ ਬਿਰਤੀ ਵਾਲਾ ਇਨਸਾਨ ਸੀ, ਔਰ ਗੋਲੀ ਲੱਗਣ ਦੀ ਗੱਲ ਹੈ। ਸੋਨੀਆ ਮਾਨ ਇੱਥੇ ਪਹੁੰਚੇ ਨੇ। ਇਸ ਤੋਂ ਵੱਧ ਕੀ ਹੋ ਸਕਦਾ ਜੀ? ਅਸੀਂ ਫਾਸਿਜ਼ਮ ਦੀਆਂ ਗੱਲਾਂ ਕਰ ਲਈਆਂ, ਅਸੀਂ ਅੰਦੋਲਨ 'ਚ ਹੁਣ ਤੱਕ ਬਹੁਤ ਸਾਰੀਆਂ ਐਸੀਆਂ ਗੱਲਾਂ ਕੀਤੀਆਂ, ਪਰ ਇੱਕ ਸ਼ਰੇਆਮ ਪਰਿਵਾਰ ਕਹਿ ਰਿਹਾ ਬੋਡੀ ਪਈ ਹੈ, ਤੁਸੀਂ ਦੇਖੀ ਹੈ, ਔਰ ਰਿਪੋਰਟਸ ਕਿਸ ਤਰ੍ਹਾਂ ਆਉਂਦੀਆਂ? ਵੇਖੋ ਜੀ, ਪੋਸਟਮਾਰਟਮ ਰਿਪੋਰਟ ਦੇ ਵਿੱਚ ਐਕਸੀਡੈਂਟ ਸ਼ੋ ਕਰ ਦਿੱਤਾ ਇਹਨਾਂ ਨੇ ਔਰ ਗੋਲੀ ਵੱਜੇ ਦਾ ਕੁਝ ਦੱਸਿਆ ਹੀ ਨਹੀਂ ਕਿ ਇਹਦੇ ਵਿੱਚ ਹੈਗਾ ਆ। ਔਰ ਇਸ ਸ਼ਰੇਆਮ ਗੁੰਡਾਗਰਦੀ ਹੈ ਇੱਥੇ, ਯੋਗੀ ਦੀ ਬੀਜੇਪੀ ਦੀ ਗੁੰਡਾਗਰਦੀ ਹੈ ਕਿਉਂਕਿ ਮੋਨੂ ਮਿਸ਼ਰਾ ਨੇ ਉਹਨੂੰ ਗੋਲੀ ਮਾਰੀ ਸੀਗੀ ਔਰ ਇਹਨੇ ਗੁਰਵਿੰਦਰ ਨੇ ਉਹਨੂੰ ਜੱਫਾ ਪਾਇਆ ਸੀਗਾ, ਪਿੱਛੇ ਮੁੜ ਕੇ ਉਹਨੇ ਗੋਲੀ ਮਾਰੀ ਹੈ। ਇੱਥੇ ਸਾਰਿਆਂ ਨੇ ਦੇਖਿਆ ਵੀ ਹੈ। ਇਹ ਫੜਨ ਦੀ ਕੋਸ਼ਿਸ਼ ਜਦੋਂ ਨਿਕਲਿਆ ਗੱਡੀ 'ਚੋਂ ਤਾਂ ਗੁਰਵਿੰਦਰ ਸਿੰਘ ਉਹਨੇ ਫੜਨ ਦੀ ਕੋਸ਼ਿਸ਼ ਕਰ, ਗੁਰਵਿੰਦਰ ਨੇ ਉਹਨੂੰ ਪਿੱਛੋਂ ਜੱਫਾ ਪਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਸੀਗੀ ਔਰ ਜੋ ਕਿ ਇਹ ਸਾਰੇ ਵੀਰਾਂ ਨੇ ਦੱਸਿਆ ਹੈ ਇੱਥੇ ਔਰ ਜਿਨ੍ਹਾਂ ਨੇ ਦੇਖੀ ਹੈ ਉਹ ਘਟਨਾ ਉਸ ਟਾਈਮ ਤੇ, ਔਰ ਉਹਨੇ ਪਿੱਛੇ ਮੁੜ ਕੇ ਇਹਨੂੰ ਗੋਲੀ ਮਾਰ ਦਿੱਤੀ। ਇਹ ਉੱਥੇ ਹੀ ਡਿੱਗ ਗਿਆ। ਤੁਸੀਂ ਡੈਡ ਬੋਡੀ ਦੇ ਦੇਖ ਸਕਦੇ ਹੋ, ਕੰਨ ਦੇ ਲਾਗੋਂ ਗੋਲੀ ਦਾ ਨਿਸ਼ਾਨ ਹੈ, ਪਿੱਛੇ ਤੱਕ ਜਾਂਦਾ ਪਿਆ ਆ। ਫਿਰ ਇਹ ਪੋਸਟਮਾਰਟਮ ਰਿਪੋਰਟ ਕਿਵੇਂ ਕਹਿ ਰਹੀ ਹੈ ਵੀ ਉਹਨੂੰ ਗੋਲੀ ਨਹੀਂ ਵੱਜੀ। ਇਹ ਕਿਸੇ ਤਰੀਕੇ ਦੇ ਨਾਲ ਮੋਨੂ ਮਿਸ਼ਰਾ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ 302 ਦੇ ਪਰਚੇ ਦੇ ਵਿੱਚ ਉਹਨੂੰ ਮਰਡਰ ਕੇਸ ਦੇ ਵਿੱਚੋਂ ਕੱਢਿਆ ਜਾਵੇ ਕਿਉਂਕਿ ਕੱਲ ਨੂੰ ਇਹਨਾਂ ਦਾ ਪ੍ਰਸ਼ਾਸਨ ਦਾ ਜਵਾਬ ਸੀਗਾ ਵੀ ਕਿਸੇ ਤਰੀਕੇ ਦੇ ਨਾਲ ਬੋਡੀ ਨੂੰ ਅੰਤਮ ਯਾਤਰਾ ਦੇ ਵਿੱਚ ਲੈ ਦਿੱਤਾ ਜਾਵੇ। ਅੰਤਮ ਸੰਸਕਾਰ ਹੋ ਗਿਆ, ਸਬੂਤ ਮਿਟ ਜਾਣਗੇ, ਪੋਸਟਮਾਰਟਮ ਰਿਪੋਰਟ ਆਹੀ ਰਹੂਗੀ ਤੇ ਕਿਸੇ ਤਰੀਕੇ ਦੇ ਨਾਲ ਇਹ ਕੰਮ ਖਤਮ ਕੀਤਾ ਜਾਊਗਾ, ਰਫਾ ਦਫਾ ਕਰ ਦਿੱਤਾ ਜਾਊਗਾ। ਇਸੇ ਤਰੀਕੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਇੰਨੇ ਜ਼ਿਆਦਾ ਨਾਕੇ ਇਹਨਾਂ ਨੇ ਲਾਏ ਹੋਏ ਨੇ, ਇੰਨੇ ਇੱਥੇ ਰਿਸ਼ਤੇਦਾਰ ਨਹੀਂ ਇਹਨਾਂ ਦੇ ਪਹੁੰਚੇ ਜਿੰਨੇ ਇੱਥੇ ਪੁਲਿਸ ਪਹੁੰਚੀ ਹੋਈ ਹੈ। ਇਸ ਤੋਂ ਵੱਡੀ ਗੁੰਡਾਗਰਦੀ ਕੀ ਹੋ ਸਕਦੀ ਹੈ? ਸਾਨੂੰ 36 ਜਗ੍ਹਾ ਦੇ ਉੱਤੇ ਪੁਲਿਸ ਨੇ ਰੋਕਿਆ, ਸਾਨੂੰ ਪਹੁੰਚਣ ਨਹੀਂ ਦੇ ਰਹੀ ਇੱਥੇ ਪੁਲਿਸ। ਕਈ ਲੋਕੀ ਇੱਥੇ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਨਹੀਂ ਆਉਣ ਦਿੱਤਾ ਜਾ ਰਿਹਾ। ਸੋ ਇਹ ਨਾਇਨਸਾਫੀ ਸਰਾਸਰ ਦਿਖ ਰਹੀ ਹੈ ਔਰ ਗੁੰਡਾਗਰਦੀ ਵੀ ਦਿਖ ਰਹੀ ਹੈ। ਫੈਸਲਾ ਕੀ ਲਿਆ ਜੀ ਫਿਰ? ਵੇਖੋ ਅਸੀਂ ਵੇਟ ਕਰ ਰਹੇ ਹਾਂ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਸ ਦਾ ਇੱਥੇ, ਔਰ ਫੈਸਲਾ ਇਹੀ ਹੈ ਸਾਡੇ ਪਰਿਵਾਰ ਵੱਲੋਂ ਇਹੀ ਹੈ ਕਿ ਪੋਸਟਮਾਰਟਮ ਫਿਰ ਤੋਂ ਕਰਵਾਇਆ ਜਾਊਗਾ, ਪਰ ਸਾਨੂੰ ਯੂਪੀ ਦੇ ਵਿੱਚ ਵਿਸ਼ਵਾਸ ਨਹੀਂ ਹੈਗਾ। ਤੁਹਾਨੂੰ ਲੱਗਦਾ ਦਿੱਲੀ ਤੋਂ ਜਾਂ ਪੰਜਾਬ ਤੋਂ ਜਾਂ ਕਿਤੇ ਦਿੱਲੀ ਯੂਪੀ ਤੋਂ ਬਾਹਰ ਉਹੋ ਜੀ ਥਾਂ ਤੇ ਹੋਵੇ? ਸਾਨੂੰ ਇਹੀ ਲੱਗਦਾ ਹੈ ਕਿ ਜਾਂ ਦਿੱਲੀ ਤੋਂ ਹੋਣਾ ਚਾਹੀਦਾ ਹੈ ਜਾਂ ਪੰਜਾਬ 'ਚੋਂ ਹੋਣਾ ਚਾਹੀਦਾ ਹੈ ਕਿਉਂਕਿ ਸਾਨੂੰ ਇੱਥੇ ਯੂਪੀ ਗਵਰਨਮੈਂਟ ਦੇ ਵਿੱਚ ਜਾਂ ਯੂਪੀ ਸਿਵਲ ਹਸਪੀਟਲ ਤੇ ਵਿਸ਼ਵਾਸ ਨਹੀਂ ਹੈਗਾ ਕਿ ਉਹ ਪੋਸਟਮਾਰਟਮ ਬੋਡੀ ਦਾ ਕਿਸ ਤਰੀਕੇ ਦੇ ਨਾਲ ਗਲਤ ਵੀ ਦਿਖਾ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਪ੍ਰਸ਼ਾਸਨ ਇਹਨਾਂ ਦਬਾਅ ਪਾ ਰਿਹਾ ਹੈ ਕਿ ਇੱਥੇ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਔਰ ਬੋਡੀ ਦੇ ਉੱਤੇ ਪ੍ਰਸ਼ਾਸਨ ਦਬਾਅ ਪਾ ਕੇ ਕਹਿ ਰਿਹਾ ਵੀ ਇਹਦਾ ਸੰਸਕਾਰ ਕੀਤਾ ਜਾਵੇ, ਆਖਰੀ ਸਬੂਤ ਵੀ ਮਿਟਾਏ ਜਾਣ ਉਸ ਮੁੰਡੇ ਨੂੰ ਬਚਾਉਣ ਵਾਸਤੇ। ਸੋ ਕਿਸੇ ਵੀ ਹੱਦ ਤੱਕ ਇਹ ਡਿੱਗ ਸਕਦੇ ਨੇ। ਹੁਣ ਇਹ ਕਿਹਾ ਵੀ ਇਹ ਝਰੀਟਾਂ ਨੇ, ਤਾਂ ਕੱਲ ਨੂੰ ਹੋ ਸਕਦਾ ਇਹ ਗੱਲ ਕਹੀ ਜਾਊਗੀ ਕਿ ਤਾਂ ਐਕਸੀਡੈਂਟ ਸੀ, ਮੀਅਰ ਗੱਡੀ ਤੇਜ਼ ਆ ਰਹੀ ਸੀ, ਬੰਦਾ ਅੱਗੇ ਆ ਗਿਆ, ਜਿਵੇਂ ਆਮ ਰੋਡ ਤੇ ਐਕਸੀਡੈਂਟ ਹੁੰਦੇ ਆ, ਜ਼ਮਾਨਤਾਂ ਬੜੀ ਛੇਤੀ ਹੋ ਜਾਂਦੀਆਂ ਉਹਦੇ। ਇਹ ਤੁਸੀਂ ਬਿਲਕੁਲ ਸਹੀ ਕਿਹਾ, ਇਹੀ ਦਿਖਾਇਆ ਗਿਆ ਹੈ ਪੋਸਟਮਾਰਟਮ ਰਿਪੋਰਟ ਦੇ ਵਿੱਚ, ਐਕਸੀਡੈਂਟ ਕੇਸ ਹੀ ਦਿਖਾਇਆ ਗਿਆ ਹੈ। ਗੋਲੀ ਦਾ ਨਿਸ਼ਾਨ ਨਹੀਂ ਦਿਖਾਇਆ ਗਿਆ, ਗੋਲੀ ਵੱਜਣ ਦੀ ਗੱਲ ਨਹੀਂ ਕੀਤੀ ਗਈ। ਉਹ ਇਸ ਕਰਕੇ ਨਹੀਂ ਕੀਤੀ ਗਈ ਕਿਉਂਕਿ ਮੋਨੂ ਮਿਸ਼ਰਾ ਨੇ ਗੋਲੀ ਮਾਰੀ ਸੀਗੀ ਔਰ ਉਹਨੇ ਕਤਲ ਕੀਤਾ, ਉਹਨੇ ਮਰਡਰ ਕੀਤਾ, ਉਹਨੂੰ ਮਰਡਰ ਕੇਸ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਇਸ ਕਰਕੇ ਇਹਨਾਂ ਨੇ ਇਹ ਫੇਕ ਰਿਪੋਰਟ ਬਣਾਈ ਹੈ ਔਰ ਮੈਂ ਤੇ ਕਹਿੰਦੀ ਹਾਂ ਡਾਕਟਰਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਲੱਗਦਾ ਕਿ ਸਰਕਾਰ, ਕਿਉਂਕਿ ਯੋਗੀ ਬਹੁਤ ਗੱਲਾਂ ਕਰਦੇ ਨੇ, ਹਾਲਾਂਕਿ ਇੱਕ ਅਸੀਂ ਉਸ ਨਜ਼ਰੀਏ ਨਾਲ ਦੇਖਦੇ ਹਾਂ, ਪਰ ਸੀਐਮ ਤੱਕ ਇਸ ਗੱਲ ਦੇ ਵਿੱਚ ਇਨਵੋਲਡ ਨੇ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਵੀ ਉਹਨੂੰ ਟਿਕਟ ਦੇਣ ਦੀ ਤਿਆਰੀ ਚੱਲ ਰਹੀ ਸੀ ਕਿ ਥੋੜੇ ਦਿਨਾਂ 'ਚ ਅਨਾਉਂਸ ਹੋਣਾ ਸੀ ਵੀ ਉੱਥੋਂ ਉਹਨੂੰ ਵਿਧਾਇਕੀ ਦੀ ਟਿਕਟ ਦੇਣੀ ਸੀ।
ਵੇਖੋ ਜੀ ਇਹ ਤੇ ਇਹਨਾਂ ਦੀ ਸ਼ਰਮਨਾਕ ਗੱਲ ਹੈ ਕਿ ਇੱਕ ਸੀਐਮ ਵਾਸਤੇ ਇੱਕ ਪਾਰਟੀਬਾਜ਼ੀ ਜ਼ਿਆਦਾ ਇੰਪੋਰਟੈਂਟ ਹੋ ਗਈ। ਇੱਕ ਸੀਐਮ ਨੂੰ ਬਣਾਇਆ ਜਾਂਦਾ ਹੈ ਕਿ ਇੱਥੇ ਜੇ ਕੋਈ ਵੀ ਵਾਰਦਾਤ ਹੁੰਦੀ ਹੈ, ਏਡੀ ਵੱਡੀ ਵਾਰਦਾਤ ਹੋ ਗਈ ਹੈ, ਹਜੇ ਤੱਕ ਯੋਗੀ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ, ਪੀਐਮ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ। ਕੰਗਣਾ ਰਣੌਤ ਨਾਲ ਮੁਲਾਕਾਤਾਂ ਹੋਈ ਜਾਂਦੀਆਂ ਲਖਨਊ 'ਚ। ਉਹੀ ਤੇ ਮੈਂ ਦੇਖ ਰਹੀ ਹਾਂ ਵੀ ਮਤਲਬ ਕੀ ਸਾਡਾ ਮਤਲਬ ਇੰਡੀਆ ਦਾ ਕੀ ਹੋ ਰਿਹਾ ਹੈ, ਕਿੱਥੇ ਕਿਸ ਤਰੀਕੇ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ, ਕਿਸ ਤਰੀਕੇ ਦੇ ਨਾਲ ਇੱਥੇ ਪਹਿਲਾਂ ਮੁਸਲਮਾਨਾਂ ਨੂੰ ਤੰਗ ਕੀਤਾ ਜਾ ਰਿਹਾ ਸੀਗਾ, ਲਖਨਊ ਦਾ ਸ਼ਹਿਰ ਦਾ ਨਾਮ ਚੇਂਜ ਕਰਕੇ ਧੱਕਾਸ਼ਾਹੀ ਇੱਕ ਹਿੰਦੂਤਾ ਦਾ ਨਾਰਾ ਲਾ ਕੇ। ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈਗੇ, ਬਟ ਇੱਕ ਜਦੋਂ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰੋਗੇ ਕਿਸੇ ਵੀ ਕੌਮ ਨੂੰ, ਹਰ ਕੋਈ ਇਨਸਾਨ ਉੱਠ ਕੇ ਬੋਲੂਗਾ। ਤੇ ਅਸੀਂ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਵੀ ਇਹ ਸਾਨੂੰ ਐਵੇਂ ਗੈਵੇਂ ਨਾ ਸਮਝਣ ਵੀ ਇਹ ਸੋਚਦੇ ਸੀਗੇ ਕਿ ਚਲੋ ਵੀ ਆਪਾਂ ਜਿਸ ਤਰੀਕੇ ਨਾਲ ਬਾਕੀ ਕਤਲ ਕਰਦੇ ਆ ਇਹਨੇ ਯੂਪੀ ਦੇ ਵਿੱਚ ਤੇ ਆਪਾਂ ਦਬਾ ਕੇ ਕੇਸ ਖਤਮ ਕਰ ਦਿੰਦੇ ਆ। ਇਹ ਸਾਡੇ ਸਿੱਖ ਪਰਿਵਾਰ ਦਾ ਬੱਚਾ ਸੀਗਾ, ਸਾਡਾ ਪੰਜਾਬ ਪਿੱਛੇ ਖੜਾ ਹੈ, ਸਾਡਾ ਹਰਿਆਣਾ ਖੜਾ ਹੈ, ਔਰ ਇਹਦਾ ਇਨਸਾਫ ਅਸੀਂ ਇੱਥੋਂ ਲੈ ਕੇ ਜਾਵਾਂਗੇ। ਇੱਥੇ ਰਹਿਣ ਵਾਲੇ ਪਰਿਵਾਰਾਂ ਵਾਸਤੇ ਵੀ ਇੱਕ ਵੱਡੀ ਮੁਸੀਬਤ ਹੈ ਕਿ ਇਹ ਘੱਟ ਗਿਣਤੀ 'ਚ ਇੱਥੇ ਬੈਠੇ ਨੇ, ਇੱਕਦਮ ਸਾਡੇ ਤੋਂ ਵੀ ਜਿਵੇਂ ਰੋਕ ਦਿੰਦੇ ਆ, ਪਹੁੰਚਿਆ ਨਹੀਂ ਜਾਂਦਾ। ਤਾਂ ਇਸ ਲੜਾਈ 'ਚ ਇਹ ਵੀ ਬੜਾ ਜ਼ਰੂਰੀ ਹੈ ਕਿ ਇਹਨਾਂ ਦੇ ਨਾਲ ਅੱਜ ਖੜਨ ਦੀ ਲੋੜ ਹੈ ਕਿ ਫਿਊਚਰ ਦਾ ਮੈਸੇਜ ਜਾਵੇ। ਵੇਖੋ ਜੀ ਅੱਜ ਇਹਨਾਂ ਦੇ ਨਾਲ ਖਲੋਣ ਦੀ ਸਾਨੂੰ ਲੋੜ ਹੈ, ਕਿਉਂਕਿ ਇਹ ਉਹ ਪਰਿਵਾਰ ਨੇ ਜਿਹੜੇ ਕਿ ਇਹ ਤੋਂ ਥੋੜੇ ਤੁਰੇ ਸੀਗੇ, ਜਿੱਥੇ ਬਿਲਕੁਲ ਕਿਸਾਨ ਅੰਦੋਲਨ ਨਹੀਂ ਸੀਗਾ। ਕਿਸਾਨ ਅੰਦੋਲਨ ਪੰਜਾਬ ਤੋਂ ਸ਼ੁਰੂ ਹੋ ਕੇ ਅੱਜ ਸਾਡੇ ਨਾਲ ਇਹ ਵਿਚਾਰੇ ਉੱਥੇ ਪਹੁੰਚੇ ਸੀਗੇ। ਔਰ ਇਹਨਾਂ ਦੀ ਹਿੰਮਤ ਵਧਾਉਣ ਵਾਸਤੇ ਆਪਾਂ ਨੂੰ ਅੱਜ ਸਾਰੇ ਪੰਜਾਬ ਨੂੰ, ਹਰਿਆਣੇ ਨੂੰ, ਸਾਰਿਆਂ ਨੂੰ ਅੱਜ ਇਹਨਾਂ ਦੀ ਹਿੰਮਤ ਵਧਾਉਣ ਵਾਸਤੇ ਇੱਥੇ ਖਲੋਣਾ ਚਾਹੀਦਾ ਆ ਔਰ ਇਹਨਾਂ ਨੂੰ ਇਨਸਾਫ ਦਿਵਾਉਣਾ ਚਾਹੀਦਾ ਆ ਤਾਂ ਕਿ ਇਹ ਗੁੰਡਾਗਰਦੀ ਕਿਸੇ ਤਰੀਕੇ ਦੇ ਨਾਲ ਖਤਮ ਹੋਵੇ। ਤੁਹਾਨੂੰ ਲੱਗਦਾ ਹੈ ਇੰਨੇ ਸ਼ਹੀਦ ਸਾਡੇ ਹੋ ਗਏ 600 ਤੋਂ ਵੱਧ, ਇਹ ਵੀ ਕਿਹਾ ਜਾਂਦਾ ਹੈ ਵੀ ਇਹ ਸ਼ਹੀਦ ਨਹੀਂ ਪਰ ਇੰਨੇ ਸ਼ਹੀਦ ਹੋ ਗਏ, ਸਾਡੇ ਵਾਸਤੇ ਤਾਂ ਸ਼ਹੀਦ ਨੇ। ਇਹਨਾਂ ਦੀ ਸ਼ਹਾਦਤਾਂ ਦਾ ਮੁੱਲ ਪਊਗਾ ਕਿਉਂਕਿ ਜਿਸ ਤਰ੍ਹਾਂ ਪਰਿਵਾਰ ਰੋ ਰਿਹਾ ਉਹ ਦੇਖੇ ਨਹੀਂ ਜਾਂਦੇ। ਬਿਲਕੁਲ ਨਹੀਂ ਦੇਖੇ ਜਾਂਦੇ। ਇੱਕ ਭਰਾ ਜਿਹਦੀਆਂ ਦੋ ਭੈਣਾਂ, ਕੱਲਾ ਭਰਾ, ਉਹਦੀ ਡੈਥ ਹੋ ਗਈ। ਇੱਕ ਭੈਣ ਜਿਹੜੀ ਇੱਥੇ ਮਤਲਬ ਰੋ ਰਹੀ ਹੈ, ਉਹਦੀ ਜਿਹੜੀ ਮਾਂ ਕਹਿੰਦੀ ਹੈ ਕਿ ਮੈਨੂੰ ਨੌਕਰੀ ਨਹੀਂ ਚਾਹੀਦੀ, ਮੈਨੂੰ ਪੈਸੇ ਨਹੀਂ ਚਾਹੀਦੇ, ਮੇਰੇ ਪੁੱਤ ਦੇ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਔਰ ਆਫ ਕੋਰਸ ਇੱਕ ਮਾਂ ਵਾਸਤੇ ਪੁੱਤ ਦੀ ਕੋਈ ਕੀਮਤ ਨਹੀਂ ਗੀ, ਸਾਡੇ ਵਾਸਤੇ ਵੀ ਕੋਈ ਕੀਮਤ ਨਹੀਂ ਹੈਗੀ। ਸਾਡੀ ਰੂਹ ਕੰਬ ਜਾਂਦੀ ਹੈ ਜਦੋਂ ਅਸੀਂ ਉਹ ਵੀਡੀਓ ਦੇਖਦੇ ਹਾਂ ਜਿਹਦੇ ਵਿੱਚ ਮੋਨੂ ਮਿਸ਼ਰਾ ਵਰਗਾ ਉਹ ਜੀਪ ਦੇ ਵਿੱਚ ਬੈਠਾ ਸੀਗਾ ਔਰ ਕਿਸ ਤਰੀਕੇ ਨਾਲ ਸਾਡੇ ਬਜ਼ੁਰਗਾਂ ਨੂੰ ਬੇਦਰਦੀ ਦੇ ਨਾਲ ਉਡਾਉਂਦਾ ਹੋਇਆ ਚਲੇ ਗਿਆ। ਅਸੀਂ ਕਿਵੇਂ ਦੇਖ ਸਕਦੇ ਹਾਂ? ਅਸੀਂ ਨਹੀਂ ਦੇਖ ਸਕਦੇ। ਇਹ ਸਾਰਾ ਕੁਝ ਇਨਸਾਫ ਹੋਣਾ ਚਾਹੀਦਾ ਹੈ। ਡੈੱਡ ਬੋਡੀ ਇੱਥੇ ਪਈ ਆ, ਉਹਦੀ ਫਿਰ ਤੋਂ ਪੋਸਟਮਾਰਟਮ ਰਿਪੋਰਟ, ਫਿਰ ਤੋਂ ਉਹਦਾ ਪੋਸਟਮਾਰਟਮ ਕੀਤਾ ਜਾਊਗਾ। ਜਦੋਂ ਤੱਕ ਇਨਸਾਫ ਨਹੀਂ ਹੁੰਦਾ ਅਸੀਂ ਵੀ ਇੱਥੇ ਬੈਠੇ ਹਾਂ, ਅਸੀਂ ਵੀ ਨਹੀਂ ਇੱਥੋਂ ਉੱਠਾਂਗੇ। ਤੁਸੀਂ ਜਜ਼ਬਾਤੀ ਹੋ ਰਹੇ ਹੋ, ਜ਼ਾਹਰ ਜੀ ਗੱਲ ਹੈ, ਪਰ ਹੋਰ ਕਿੰਨੀਆਂ ਕੁ ਲਾਸ਼ਾਂ ਸਾਨੂੰ ਦੇਣੀਆਂ ਪੈਣਗੀਆਂ? ਵੇਖੋ ਜੀ ਇਹ ਤੇ ਮੈਨੂੰ ਨਹੀਂ ਪਤਾ ਵੀ ਕਿੰਨੀਆਂ ਕਲਾਸ਼ਾਂ ਦੇਣੀਆਂ ਪੈਣਗੀਆਂ, ਪਰ ਮੈਨੂੰ ਇੰਨਾ ਜ਼ਰੂਰ ਪਤਾ ਆ ਵੀ ਇਹ ਜਿਹੜੇ ਵੀ ਸਾਡੇ ਭਰਾ ਸ਼ਹੀਦ ਹੋਏ ਨੇ, ਇਹਨਾਂ ਦੀ ਜਿਹੜੀ ਕੁਰਬਾਨੀ ਆ ਉਹ ਇਸ ਤਰੀਕੇ ਨਾਲ ਵਿਅਰਥ ਨਹੀਂ ਜਾਊਗੀ। ਉਹਨਾਂ ਨੂੰ ਇਨਸਾਫ ਮਿਲੂਗਾ ਔਰ ਅਸੀਂ ਉਹਨਾਂ ਦੇ ਨਾਲ ਖੜੇ ਔਰ ਖੜੇ ਰਵਾਂਗੇ। ਅਕਸਰ ਇਹ ਹੁੰਦਾ ਹੈ ਕਿ ਸ਼ਹਾਦਤਾਂ ਹੁੰਦੀਆਂ ਬਾਅਦ 'ਚ ਪਰਿਵਾਰਾਂ ਤੇ ਬੀਤਦੀ ਹੈ, ਪਰਿਵਾਰ ਇਕੱਲੇ ਰਹਿ ਜਾਂਦੇ ਆ। ਔਰ ਖਾਸ ਤੌਰ ਤੇ ਪੰਜਾਬ 'ਚ ਵੀ ਅਸੀਂ ਦੇਖਿਆ ਕਿ ਇੰਨੀਆਂ ਸ਼ਹਾਦਤਾਂ ਤੋਂ ਬਾਅਦ ਭੁੱਲ ਜਾਂਦੇ ਆ ਜਾਂ ਅਸੀਂ ਹੋਰ ਕੰਮਾਂ 'ਚ ਰੁੱਝੇ ਆ ਜਾਂ ਅੰਦੋਲਨ ਹਾਲੇ ਚੱਲ ਰਿਹਾ ਤਾਂ ਅੰਦੋਲਨ 'ਚ ਰਹਿੰਦੇ ਆ। ਤੁਹਾਨੂੰ ਲੱਗਦਾ ਬਾਅਦ 'ਚ ਵੀ ਘੱਟੋ ਘੱਟ ਇੱਕ ਵਾਰੀ ਕੋਈ ਆਵੇ, ਸਾਰ ਤਾਂ ਲਵੇ? ਵੇਖੋ ਲੈਣਾ ਤੇ ਚਾਹੀਦਾ ਆ, ਸਾਰ ਪੁੱਛਣਾ ਵੀ ਚਾਹੀਦਾ ਆ। ਔਰ ਜਿਹੜੀ ਆ ਫੈਮਿਲੀ ਆ ਵਿਚਾਰੀ ਕਿੱਥੇ, ਪਿੰਡ ਦੇ ਵਿੱਚ ਕਿੱਥੇ ਜਾ ਕੇ ਇਹਨਾਂ ਦਾ ਵਿਚਾਰਿਆਂ ਦਾ ਘਰ ਆ, ਹਨਾ ਵੀ ਲੱਭਣਾ ਵੀ ਮੁਸ਼ਕਲ ਆ। ਆਪਾਂ ਕਿਸ ਤਰੀਕੇ ਨਾਲ ਇੱਥੇ ਪਹੁੰਚੇ ਆ। ਇਹਨਾਂ ਨੂੰ ਇਹ ਵਿਚਾਰੇ ਸਰਕਾਰੀ ਨੌਕਰੀਆਂ ਦੇ ਥੋੜਾ ਨਾ, ਇਹਨਾਂ ਨੂੰ ਪੈਸਿਆਂ ਦੀ ਥੋੜਾ ਨਾ ਲੋੜ ਹੈ। ਇਹਨਾਂ ਦੇ ਬੱਚੇ ਨੂੰ ਜੋ ਇੱਕ 19 ਸਾਲ ਦਾ ਬੱਚਾ ਇਹਨਾਂ ਦਾ ਮਾਂ ਦਾ ਚਲੇ ਗਿਆ, ਉਹ ਪੁੱਤ ਕਿੱਥੋਂ ਵਾਪਸ ਆਊਗਾ? ਉਹ ਤੇ ਸਾਰ ਲੈਣੀ ਚਾਹੀਦੀ ਆ ਔਰ ਸਾਡੇ ਲੋਕਾਂ ਨੂੰ ਵੀ ਪੁੱਛਣਾ ਚਾਹੀਦਾ ਹੈ। ਉਹ ਕਹਿੰਦੇ ਉਹਨੂੰ ਤਾਂ ਪੈਸੇ ਨਾਲ ਪਿਆਰ ਨਹੀਂ ਸੀ, ਉਹ ਤਾਂ ਪ੍ਰਮਾਤਮਾ ਨਾਲ ਜੁੜਿਆ ਇੱਕ ਨੇਕ ਬਿਰਤੀ ਵਾਲਾ ਇਨਸਾਨ ਸੀ। ਸਾਈਡ ਤੇ ਕਿਤੇ ਆਪਣਾ ਨਾਮ ਜਪਦਾ ਸੀਗਾ ਔਰ ਪਾਸੇ ਤੇ ਕੋਈ ਜਗ੍ਹਾ ਇੱਥੇ ਬਣਾਈ ਹੋਈ ਹੈ। ਤਾਈਓ ਉਹਨਾਂ ਨੂੰ ਮੈਂ ਵੀ ਸੁਣਿਆ ਇੱਥੇ ਕਿ ਉਹਨਾਂ ਨੂੰ ਕਹਿ ਰਹੇ ਸੀਗੇ ਕਿ ਬਾਬਾ, ਉਹਨਾਂ ਨੂੰ ਬਾਬਾ ਕਹਿੰਦੇ ਸੀਗੇ। ਔਰ ਉਹਨਾਂ ਛੋਟੀ ਉਮਰ 'ਚ ਤੁਸੀਂ ਦੇਖੋ, ਛੋਟੀ ਉਮਰ ਦੇ ਵਿੱਚ, ਔਰ ਉਹਨਾਂ ਨੇ ਇੰਨੀ ਹਿੰਮਤ ਵਿਖਾਈ ਵੀ ਮੋਨੂ ਮਿਸ਼ਰਾ ਨੂੰ ਪਿੱਛੋਂ ਜੱਫਾ ਪਾਇਆ। ਮਤਲਬ ਇੰਨੀ ਹਿੰਮਤ ਸੀਗੀ, ਜਦ ਕਿ ਉਹਨਾਂ ਨੂੰ ਪਤਾ ਵੀ ਸੀਗਾ ਕਿ ਉਹਦੇ ਹੱਥ ਦੇ ਵਿੱਚ ਪਿਸਟਲ ਹੈ। ਔਰ ਅੱਜ ਆਪਾਂ ਨੂੰ ਉਹਨਾਂ ਦੇ ਇਨਸਾਫ ਵਾਸਤੇ ਇੱਥੇ ਇਕੱਠੇ ਹੋਣਾ ਚਾਹੀਦਾ ਆ ਔਰ ਖਾਸ ਕਰਕੇ ਜਿਹੜੀ ਪੁਲਿਸ ਪ੍ਰਸ਼ਾਸਨ ਜਗ੍ਹਾ ਜਗ੍ਹਾ ਤੇ ਰੋਕ ਰਹੀ ਹੈ ਨਾ, ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਆ। ਪ੍ਰਿਯੰਕਾ ਗਾਂਧੀ ਆਉਣ ਦੀ ਕੋਸ਼ਿਸ਼ ਕਰ, ਵੀਡੀਓ ਪੈ ਗਈਆਂ, ਅਖਿਲੇਸ਼ ਯਾਦਵ, ਸਾਰਾ ਫੋਕਸ ਸਿਆਸਤ ਵੱਲ ਚਲਾ ਗਿਆ ਕਿ ਹੁਣ ਚੰਨੀ ਸਾਹਿਬ ਆ ਰਹੇ ਹੈ, ਸੁਖਜਿੰਦਰ ਰੰਧਾਵਾ ਆ ਰਹੇ ਹੈ, ਨਵਜੋਤ ਸਿੱਧੂ ਬਹਿ ਗਏ ਉੱਥੇ, ਸਾਰੀਆਂ ਐਸੀਆਂ ਗੱਲਾਂ ਹੋਣ ਲੱਗ ਗਈਆਂ। ਤੁਹਾਨੂੰ ਲੱਗਦਾ ਜੇ ਇੰਨੀ ਹਮਦਰਦੀ ਹੈ ਪਰਿਵਾਰਾਂ ਦੇ ਨਾਲ ਤਾਂ ਪਾਰਟੀਆਂ 'ਚੋਂ ਦੇਣ, ਪੈਸਾ ਦੇਣ, ਇੱਥੇ ਆਉਣ ਦੀ ਬਜਾਏ ਅਨਾਉਂਸਮੈਂਟਸ ਕਰਦੇ ਨੇ ਉੱਥੇ ਬੈਠੇ, ਇਹ ਸਾਰਾ ਫੋਕਸ ਕਿਉਂ ਹਟਾ ਦਿੰਦੇ ਆ ਸਿਆਸਤਦਾਨ? ਵੇਖੋ ਜੀ ਅਨਾਉਂਸਮੈਂਟਸ ਤੇ ਇਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ
ਔਰ ਪ੍ਰਿੰਕਾ ਗਾਂਧੀ ਜੀ ਨੂੰ ਵੀ ਅਨਾਉਂਸਮੈਂਟ ਕਰਨੀ ਚਾਹੀਦੀ ਹੈ ਔਰ ਜਿਹੜੇ ਸਿਆਸਤਕਾਰ ਇੱਥੇ ਆਉਣ ਦੀ ਗੱਲ ਕਰ ਰਹੇ ਸੀਗੇ ਜੀ ਉਹਨਾਂ ਨੂੰ ਰੋਕਿਆ ਗਿਆ, ਕਿਸੇ ਕਮਰੇ 'ਚ ਬੰਦ ਕੀਤਾ ਗਿਆ ਹੈ, ਉਹਨਾਂ ਨੂੰ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਆ ਸ਼ਹੀਦ ਹੋਏ ਆ ਉਹਨਾਂ ਵਾਸਤੇ ਵੀ ਅਨਾਉਂਸਮੈਂਟਸ ਕਰਨੀਆਂ ਚਾਹੀਦੀਆਂ ਨੇ। ਔਰ ਖਾਸ ਕਰਕੇ ਜਿਹੜੀ ਅੱਜ ਦਾ ਕੇਸ ਸਾਹਮਣੇ ਆਇਆ ਹੈ, ਜਿਹੜੀ ਕਿ ਪੋਸਟਮਾਰਟਮ ਰਿਪੋਰਟ ਗਲਤ ਹੈ, ਇਸ ਦੇ ਉੱਤੇ ਆਪਣਾ ਬਿਆਨ ਦੇਣਾ ਚਾਹੀਦਾ ਹੈ, ਇਸ ਦੇ ਉੱਤੇ ਕਾਰਵਾਈ ਮੰਗਣੀ ਚਾਹੀਦੀ ਹੈ ਹਰ ਕਿਸੇ ਸਿਆਸਤਕਾਰ ਨੂੰ, ਤਦ ਅਸੀਂ ਮੰਨਾਂਗੇ ਵੀ ਇਹ ਵੀ ਇਹਨਾਂ ਦੇ ਨਾਲ ਖੜੇ ਨੇ। ਆਖਰੀ ਸਵਾਲ ਹੈ, ਨੈਸ਼ਨਲ ਮੀਡੀਆ ਨੇ ਫਿਰ ਉਹੀ ਰੋਲ ਪਲੇ ਕੀਤਾ ਜੋ ਹਮੇਸ਼ਾ ਕਰਦਾ ਆਇਆ ਹੈ। ਖਾਸ ਤੌਰ ਤੇ ਅੱਜ ਸਵੇਰ ਤੋਂ ਰੌਲਾ ਪਾਇਆ ਕਿ ਦੇਖੋ ਗੋਲੀ ਤਾਂ ਵੱਜੀ ਨਹੀਂ, ਐਵੇਂ ਰੌਲਾ ਪਾਇਆ। ਸੰਤਾਂ ਦੀ ਇੱਕ ਫੋਟੋ ਵਾਲੀ ਕਿਸੇ ਨੇ ਪਾਈ ਸੀ ਟੀ-ਸ਼ਰਟ, ਉਹਨੂੰ ਲੈ ਕੇ ਕਹਿਤਾ ਕਿ ਤਾਂ ਖਾਲਿਸਤਾਨੀ ਸੀਗੇ। ਫਿਰ ਜਿੱਥੋਂ ਅਸੀਂ ਚੱਲੇ ਸੀ ਕਹਾਣੀ ਅੱਜ ਵੀ ਉੱਥੇ ਹੀ ਆ ਕੇ ਖੜੀ ਹੈ। ਵੇਖੋ ਜੀ, ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਇਹ ਕਰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਪੋਲੀਟੀਸ਼ੀਅਨ ਦੰਗਾ ਫਸਾਦ ਕਰਾਉਣ, ਕਿਸੇ ਤਰੀਕੇ ਨਾਲ ਭਾਵੇਂ ਮੁਜ਼ੱਫਰਨਗਰ ਦੇ ਵਿੱਚ ਮੁਸਲਿਮਸ ਦੇ ਨਾਲ ਇਹਨਾਂ ਨੇ ਕਿੰਨਾ ਗੰਦਾ ਵਰਤਾਵ ਕੀਤਾ ਸੀਗਾ। ਇਹ ਕਦੀ ਨਹੀਂ ਵਿਖਾਉਂਦੇ ਵੀ ਸਿੱਖ ਕੌਮ ਅੱਗੇ ਆ ਕੇ ਲੰਗਰ ਸਿਸਟਮ ਕਰਦੀ ਹੈ, ਲੋਕਾਂ ਦੀ ਸਪੋਰਟ ਕਰਦੀ ਹੈ। ਪਰ ਗੱਲ ਜਿਹੜੀ ਇਹਨਾਂ ਨੇ ਫਿਰ ਤੋਂ ਖਾਲਿਸਤਾਨ ਦਾ ਮੁੱਦਾ ਚੱਕਿਆ ਹੈ, ਇਹ ਬਹੁਤ ਗਲਤ ਚੁੱਕਿਆ ਹੈ। ਇਹ ਇਹਨਾਂ ਨੂੰ ਬਹਾਨਾ ਚਾਹੀਦਾ ਆ ਕੋਈ ਨਾ ਕੋਈ ਚੱਕਣ ਵਾਸਤੇ, ਬਦਨਾਮ ਕਰਨ ਵਾਸਤੇ। ਇਹ ਚੰਗੀਆਂ ਚੀਜ਼ਾਂ ਨਹੀਂ ਵਿਖਾਉਂਦੇ। ਕੀ ਖਾਲਿਸਤਾਨ ਦਾ ਤੁਸੀਂ ਮੁੱਦਾ ਵਿਖਾਓਗੇ? ਕੀ ਗੱਲ ਭਾਰਤ ਇਹਨਾਂ ਕੱਲਿਆਂ ਦਾ ਆ? ਭਾਰਤ ਦੀ ਜਦੋਂ ਇੰਡੀਪੈਂਡੈਂਸ ਹੋਈ ਸੀਗੀ ਬਰਾਬਰ ਦਾ ਹੱਕ ਹੈ ਸਾਡੀ ਸਿੱਖ ਕੌਮ ਦਾ ਵੀ, ਸਾਡੀਆਂ ਵੀ ਸ਼ਹਾਦਤਾਂ ਗਈਆਂ ਨੇ। ਜਦੋਂ ਸਿੱਖ ਰੈਜੀਮੈਂਟ ਜਾਂਦੀ ਹੈ ਸਭ ਤੋਂ ਪਹਿਲਾਂ ਸਾਡੇ ਜਵਾਨ ਜਾ ਕੇ ਸ਼ਹੀਦ ਹੁੰਦੇ ਨੇ। ਆਪਾਂ ਇਹੋ ਜਿਹੀਆਂ ਗੱਲਾਂ ਕਰਦੇ ਨਹੀਂ ਧਰਮਵਾਦ ਦੀਆਂ, ਆਪਾਂ ਗੱਲਾਂ ਇਹੋ ਜਿਹੀਆਂ 'ਚ ਪੈਂਦੇ ਨਹੀਂ। ਬਟ ਜੇ ਗੱਲ ਆਉਂਦੀ ਹੈ ਤਾਂ ਸਾਡਾ ਵੀ ਓਨਾ ਹੀ ਭਾਰਤ ਹੈ ਜਿੰਨਾ ਇਹਨਾਂ ਹਿੰਦੂਆਂ ਦਾ ਹੈ, ਜਾਂ ਜਿੰਨਾ ਆਪਾਂ ਤੇ ਇਸ ਚੀਜ਼ ਦੇ ਉੱਤੇ ਵੀ ਖਿਲਾਫ ਆਂਗੇ ਜਿਸ ਤਰੀਕੇ ਦੇ ਨਾਲ ਮੁਸਲਮਾਨਾਂ ਦੇ ਨਾਲ ਵਰਤਾਵ ਕਰਦੇ ਨੇ, ਜਿਸ ਤਰੀਕੇ ਦੇ ਨਾਲ ਲਖਨਊ ਦਾ ਨਾਮ ਚੇਂਜ ਕਰ ਰਹੇ ਨੇ। ਅਸੀਂ ਭਾਰਤ ਨੂੰ ਸਾਰਿਆਂ ਦਾ ਸਾਂਝਾ ਸਮਝਦੇ ਹਾਂ। ਅਸੀਂ ਸਮਝਦੇ ਹਾਂ ਇੱਥੇ ਸਾਰਿਆਂ ਨੂੰ ਇਕੁਅਲ ਰਿਸਪੈਕਟ ਮਿਲਣੀ ਚਾਹੀਦੀ ਹੈ। ਕਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਇਹੀ ਲਿਖਿਆ ਗਿਆ ਆ, ਕਲਰ ਕਰੀਡ ਦਾ ਤੇ ਕੋਈ ਡਿਸਕ੍ਰਿਮੀਨੇਸ਼ਨ ਹੋਣਾ ਨਹੀਂ ਚਾਹੀਦਾ, ਸਾਰਿਆਂ ਨੂੰ ਇਕੁਅਲ ਟਰੀਟ ਕਰਨਾ ਚਾਹੀਦਾ ਆ। ਪਰ ਜਿੱਥੇ ਗੱਲ ਆਉਂਦੀ ਹੈ ਕਿ ਸਾਡੇ ਜੇ ਸਿੱਖ ਭਰਾ ਦੀ ਗੱਲ ਕਰਨਗੇ ਕਿ ਇਹ ਕਹਿਣਗੇ ਵੀ ਇਸ ਤਰੀਕੇ ਦੇ ਨਾਲ ਮਾਰ ਕੇ ਸਾਡੇ ਬਜ਼ੁਰਗਾਂ ਨੂੰ ਚਲ ਜਾਣਗੇ, ਉਹ ਸਾਡੇ ਤੋਂ ਬਰਦਾਸ਼ਤ ਨਹੀਂ ਹੋਊਗਾ। ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਸੋਨੀਆ ਮਾਨ ਗੱਲਬਾਤ ਕਰ ਰਹੇ ਸੀ ਔਰ ਵੱਡੀ ਗੱਲ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਨੂੰ ਲੈ ਕੇ ਵਿਵਾਦ ਹੈ। ਪਰਿਵਾਰ ਕਹਿ ਰਿਹਾ ਗੋਲੀ ਵੱਜੀ ਹੈ, ਪੋਸਟਮਾਰਟਮ ਰਿਪੋਰਟ ਕਹਿ ਰਹੀ ਹੈ ਗੋਲੀ ਨਹੀਂ ਵੱਜੀ, ਐਕਸੀਡੈਂਟ ਹੋਇਆ। ਤਾਂ ਇਸ ਨੂੰ ਲੈ ਕੇ ਹਾਲੇ ਵੀ ਸੰਸਕਾਰ ਜਿਹੜਾ ਹੈ ਉਹ ਨਹੀਂ ਕੀਤਾ ਗਿਆ। ਕੈਮਰਾ ਪਰਸਨ ਸ਼ਿਵਮ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ 에ਅਰ, ਨਾਨਪਾਰਾ।